ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਮੁਕੱਦਸ ਅਸਥਾਨ ਹੈ ਜਿੱਥੇ 10 ਵਿੱਚੋਂ 8 ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਪਾਏ ਅਤੇ ਸਮੁੱਚੀ ਮਾਨਵਤਾ ਦੇ ਸਾਂਝੇ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਪ੍ਰਕਾਸ਼ ਵੀ ਇਸੇ ਪਾਵਨ ਅਸਥਾਨ ਤੇ ਹੋਇਆ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ 1502 ਈਸਵੀ ਵਿੱਚ ਭਾਈ ਮਰਦਾਨੇ ਜੀ ਦੇ ਨਾਲ ਇਸ ਅਸਥਾਨ ਤੇ ਆਏ ਅਤੇ ਇਸ ਨੂੰ ਬੜਾ ਪਾਕ ਪਵਿੱਤਰ ਅਸਥਾਨ ਕਿਹਾ। ਮਗਰੋਂ 1532 ਈਸਵੀ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਲਹਿਣਾ ਜੀ ਭਾਵ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨਾਲ ਆ ਕੇ ਉਸ ਛਪੜੀ ਦੇ ਕੰਢੇ ਬੈਠੇ ਜਿੱਥੇ ਅੱਜ ਅੰਮ੍ਰਿਤਸਰ ਸਰੋਵਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਭਾਇਮਾਨ ਹਨ। ਨਾਲ ਹੀ ਇਸ ਪਾਵਨ ਅਸਥਾਨ ਦੀ ਮਹੱਤਤਾ ਬਾਰੇ ਗੁਰੂ ਪਾਤਸ਼ਾਹ ਜੀ ਨੇ ਭਵਿੱਖਬਾਣੀ ਵੀ ਕੀਤੀ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਦੂਜੇ ਸਤਿਗੁਰਾਂ ਪਾਸੋਂ ਇਸ ਥਾਂ ਦੀ ਮਹਿਮਾ ਸੁਣੀ ਤਾਂ ਆਪ ਜੀ ਨੇ ਇਸ ਅਸਥਾਨ ਨੂੰ ਸਿਫਤੀ ਦਾ ਘਰ ਕਹਿ ਕੇ ਇਸ ਦੀ ਸਿਰਜਣਾ ਵਿੱਚ ਆਪਣੀਆਂ ਅਸੀਸਾਂ ਸੰਜੋ ਦਿੱਤੀਆਂ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਈ ਵਾਰ ਇਸ ਥਾਂ ਤੇ ਪਧਾਰੇ ਅਤੇ ਆਪ ਜੀ ਨੇ ਭਾਈ ਜੇਠਾ ਜੀ ਭਾਵ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਗੱਦੀ ਦੇਣ ਤੋਂ ਪਹਿਲਾਂ ਹੀ ਇਸ ਅਸਥਾਨ ਤੇ ਅੰਮ੍ਰਿਤ ਸਰੋਵਰ ਬਣਾਉਣ ਅਤੇ ਨਗਰ ਵਸਾਉਣ ਲਈ ਭੇਜਿਆ ਤੇ ਇਸ ਤਰ੍ਹਾਂ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਵੰਬਰ 1573 ਈਸਵੀ ਨੂੰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹੁਕਮ ਨਾਲ ਆਰੰਭ ਕਰਵਾਈ। ਇਹ ਸੇਵਾ ਦੁਖਪੰਜਨੀ ਬੇਰੀ ਦੇ ਨੇੜਿਓਂ ਪ੍ਰਾਰੰਭ ਹੋਈ। ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਰੋਵਰ ਨੂੰ ਸੰਪੂਰਨ ਕਰਵਾਇਆ ਤੇ ਇਸ ਪਾਵਨ ਸਰੋਵਰ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੋਹਣੀ ਇਮਾਰਤ ਤਿਆਰ ਕਰਵਾਈ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਚਲਦੀ ਆ ਰਹੀ ਮਰਿਆਦਾ ਨੂੰ ਉਵੇਂ ਹੀ ਕਾਇਮ ਰਹਿਣ ਦਿੱਤਾ। ਪਰ ਪੀਰੀ ਭਾਵ ਭਗਤੀ ਦੇ ਨਾਲ ਮੀਰੀ ਭਾਵ ਸ਼ਕਤੀ ਦਾ ਸਿੱਖ ਕੌਮ ਵਿੱਚ ਸੰਚਾਰ ਕਰਨ ਦੇ ਮਨੋਰਥ ਨਾਲ ਗੁਰੂ ਪਾਤਸ਼ਾਹ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਰਮਾਣ ਕੀਤਾ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਂ ਦੀ ਚੌਂਕੀ ਅੱਜ ਵੀ ਸ਼ਬਦ ਉਚਾਰਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਕਰਦੀ ਹੈ ਜੋ ਉਹਨਾਂ ਦੇ ਜੀਵਨ ਕਾਲ ਵਿੱਚ ਆਰੰਭ ਕੀਤੀ ਗਈ ਸੀ। 7ਵੇਂ ਗੁਰੂ ਪਾਤਸ਼ਾਹ ਜੀ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਗੁਰੂ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਪੱਕੇ ਤੌਰ ਤੇ ਕੀਰਤਪੁਰ ਸਾਹਿਬ ਜਾਣ ਤੋਂ ਪਹਿਲਾਂ ਹਰਿਮੰਦਰ ਪਰਿਸਰ ਨੂੰ ਪਿਆਰ ਨਾਲ ਨਿਹਾਰਿਆ ਤੇ ਇਸ ਪਾਵਨ ਤੀਰਥ ਦਾ ਮਾਣ ਵਧਾਇਆ। ਬਾਅਦ ਵਿੱਚ 1691 ਈਸਵੀ ਨੂੰ 7ਵੇਂ ਪਾਤਸ਼ਾਹ ਜੀ ਸੰਗਤਾਂ ਦੀ ਵਿਸ਼ੇਸ਼ ਬੇਨਤੀ ਤੇ ਦੀਵਾਲੀ ਤੇ ਵੀ ਕੁਝ ਸਮੇਂ ਲਈ ਕੀਰਤਪੁਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਸਨ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੋਂ ਬਾਅਦ 9ਵੇਂ ਗੁਰੂ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਦਾ ਤਾਂ ਪ੍ਰਕਾਸ਼ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਤੇ ਆਪ ਜੀ ਦਾ ਬਚਪਨ ਹਰਿਮੰਦਰ ਪਰਿਸਰ ਨਾਲ ਓਤ-ਪੋਤ ਰਿਹਾ। 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਰਗੁਣ ਰੂਪ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਾ ਪਧਾਰ ਸਕੇ ਪਰ ਨਿਰਗੁਣ ਸਰੂਪ ਵਿੱਚ 10 ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਰ ਸਮੇਂ ਬਿਰਾਜਮਾਨ ਹਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਬੜੇ ਹੀ ਅਲੌਕਿਕ ਢੰਗ ਨਾਲ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅਚੰਭਤ ਨਿਰਮਾਣ ਕਾਰਨ ਗਰਮੀਆਂ ਦੀ ਰੁੱਤ ਸਮੇਂ ਆਨੰਦਮਈ ਹਵਾ ਬਾਰੀਆਂ ਵਿੱਚੋਂ ਪ੍ਰਵੇਸ਼ ਕਰਕੇ ਠੰਡ ਵਰਤਾ ਜਾਂਦੀ ਹੈ ਤੇ ਇਵੇਂ ਹੀ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਡ ਦਾ ਆਭਾਸ ਨਹੀਂ ਹੁੰਦਾ। ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਹੋਈ ਉਸ ਵੇਲੇ ਆਵਾਜ਼ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ ਜਿਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਿਰਮਾਣ ਵੇਲੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਵਨ ਦੀ ਉਚਾਈ ਬਾਰੀਆਂ ਦਰਵਾਜ਼ਿਆਂ ਦੀ ਲੰਬਾਈ ਚੌੜਾਈ ਤੇ ਉਚਾਈ ਦਾ ਧੁਨੀ ਤਕਨੀਕ ਪੱਖੋਂ ਪੂਰਾ ਹਿਸਾਬ ਰੱਖਿਆ। ਜਿਵੇਂ ਇੱਕ ਦੀਵਾਰ ਦਾ ਦੂਜੀ ਦੀਵਾਰ ਤੋਂ ਫਾਸਲਾ ਇੰਨਾ ਹੀ ਰੱਖਿਆ ਗਿਆ ਕਿ ਕੋਈ ਵੀ ਚੀਜ਼ ਕੀਰਤਨ ਦੀ ਆਵਾਜ਼ ਵਿੱਚ ਰੁਕਾਵਟ ਨਾ ਪਾਵੇ ਜਾਂ ਇਮਾਰਤੀ ਢਾਂਚੇ ਕਾਰਨ ਆਵਾਜ਼ ਨਾ ਫਟੇ ਤੇ ਨਾ ਹੀ ਗੂੰਜੇ ਸਗੋਂ ਵਧੇਰੇ ਸੁਰੀਲੀ ਹੋਵੇ। ਇਹ ਕਾਰਜ ਆਪਣੇ ਆਪ ਵਿੱਚ ਬਹੁਤ ਤਕਨੀਕੀ ਪ੍ਰਕਾਰ ਦਾ ਸੀ ਪਰ ਇਸ ਗੱਲ ਵਿੱਚ ਸਤਿਗੁਰਾਂ ਦੀ ਅਦੁੱਤੀ ਸੂਝ-ਬੂਝ ਅਤੇ ਯੋਜਨਾਬੰਦੀ ਅੱਗੇ ਸਿਰ ਝੁਕਦਾ ਹੈ। ਇਹ ਵੀ ਆਪਣੇ ਆਪ ਵਿੱਚ ਇੱਕ ਅਲੌਕਿਕ ਗੱਲ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ 7 ਕੀਰਤਨੀ ਜਥਿਆਂ ਵਿੱਚੋਂ 6 ਮੁਸਲਮਾਨ ਰਬਾਬੀ ਜਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਕੀਰਤਨ ਦੀ ਸੇਵਾ ਨਿਭਾਉਂਦੇ ਸਨ।
ਬਾਣੀ ਕੇ ਬੋਹਿਤ ਗੁਰੂ ਪਿਤਾ ਜੀ ਆਪ ਵੀ ਕੀਰਤਨ ਕਰਕੇ ਇਲਾਹੀ ਰੰਗ ਬੰਨ ਦਿੰਦੇ ਸਨ। ਆਪ ਜੀ ਦੇ ਨਾਲ ਜੋੜੀ ਤੇ ਭਾਈ ਗੁਰਦਾਸ ਜੀ ਸੰਗਤ ਕਰਦੇ ਸਨ ਤੇ ਸਿਤਾਰ ਵਜਾਉਣ ਦੀ ਸੇਵਾ ਬਾਬਾ ਬੁੱਢਾ ਜੀ ਨਿਭਾਉਂਦੇ ਸਨ। ਕਿੰਨੀਆਂ ਹੀ ਸੁਭਾਗੀਆਂ ਹੋਣਗੀਆਂ ਉਹ ਘੜੀਆਂ ਤੇ ਕਿੰਨੇ ਭਾਗਾਂ ਵਾਲੇ ਹੋਣਗੇ ਉਹ ਮਾਈ ਭਾਈ ਜੋ ਸੰਗਤ ਰੂਪ ਵਿੱਚ ਖੁਦ ਖੁਦਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਸਿੱਖ ਪੰਥ ਦੇ ਇੰਨੇ ਉੱਗੇ ਵਿਦਵਾਨਾਂ ਪਾਸੋਂ ਕੀਰਤਨ ਸਰਵਣ ਕਰਦੇ ਹੋਣਗੇ। ਸਰਦੀਆਂ ਵਿੱਚ ਲਗਭਗ 19 ਘੰਟੇ ਅਤੇ ਗਰਮੀਆਂ ਵਿੱਚ ਲਗਭਗ 21 ਘੰਟੇ ਇਸ ਪਾਵਨ ਅਸਥਾਨ ਤੇ ਨਿਰੰਤਰ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਬਾਕੀ ਗੁਰੂ ਧਾਮਾਂ ਨਾਲੋਂ ਵੱਖ ਹੈ। ਅੰਮ੍ਰਿਤ ਵੇਲੇ ਕਿਵਾੜ ਖੁੱਲਣ ਉਪਰੰਤ ਕੀਰਤਨ ਪ੍ਰਾਰੰਭ ਹੋ ਜਾਂਦਾ ਹੈ ਅਤੇ ਜਦ ਆਸਾ ਕੀ ਵਾਰ ਦਾ ਲਗਭਗ ਅੱਧਾ ਕੀਰਤਨ ਹੋ ਚੁੱਕਾ ਹੁੰਦਾ ਹੈ ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੋਹਣੀ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰ ਬੜੇ ਸਤਕਾਰੀ ਰੂਪ ਵਿੱਚ ਫੁੱਲਾਂ ਦੀ ਵਰਖਾ ਤੇ ਨਰਸਿੰਘੇ ਦੀ ਮਨਮੋਹਣੀ ਆਵਾਜ਼ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਥਿਤ ਕੋਠਾ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਇਆ ਜਾਂਦਾ ਹੈ, ਜਿਸ ਤੋਂ ਬਾਅਦ ਸ਼ਰਧਾਲੂ ਵਾਰੋ ਵਾਰ ਖੜੇ ਹੋ ਕੇ ਬੜੀ ਸ਼ਰਧਾ ਨਾਲ ਭੱਟਾਂ ਦੇ ਸਵਈਏ ਗਾਇਨ ਕਰਦੇ ਹਨ ਤੇ ਨਾਲ ਗੁਰੂ ਮਹਾਰਾਜ ਦੇ ਪ੍ਰਕਾਸ਼ ਕਰਨ ਦੀ ਮਰਿਆਦਾ ਆਰੰਭ ਹੁੰਦੀ ਹੈ। ਇਸ ਪਾਵਨ ਅਸਥਾਨ ਤੇ ਅਰਦਾਸ ਤੋਂ ਬਾਅਦ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਵੀ ਨਹੀਂ ਗਜਾਇਆ ਜਾਂਦਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਕੁੱਲ 7 ਅਰਦਾਸਾਂ ਹੁੰਦੀਆਂ ਹਨ। ਪਹਿਲੀ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਮਗਰੋਂ 1-2 ਸ਼ਬਦ ਗਾਇਨ ਕਰਕੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਤੋਂ ਬਾਅਦ, ਦੂਜੀ ਅਰਦਾਸ ਆਸਾ ਕੀ ਵਾਰ ਦੇ ਭੋਗ ਤੋਂ ਬਾਅਦ, ਤੀਜੀ ਅਰਦਾਸ ਦੁਪਹਿਰ 12 ਵਜੇ ਆਨੰਦ ਸਾਹਿਬ ਜੀ ਦੇ ਪਾਠ ਤੋਂ ਬਾਅਦ, ਚੌਥੀ ਅਰਦਾਸ ਦੁਪਹਿਰ 3 ਵਜੇ ਚਰਨ ਕਮਲ ਆਰਤੀ ਪੜ੍ਹ ਕੇ, ਪੰਜਵੀਂ ਅਰਦਾਸ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ, ਛੇਵੀਂ ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਭ ਤੋਂ ਸੰਖੇਪ ਅਰਦਾਸ ਹੈ ਜੋ ਆਰਤੀ ਦੇ ਸ਼ਬਦਾਂ ਦਾ ਗਾਇਨ ਕਰਦਿਆਂ ਸਭ ਤੋਂ ਸੰਖੇਪ ਸੰਗਤੀ ਰੂਪ ਵਿੱਚ ਕੀਤੀ ਜਾਂਦੀ ਅਰਦਾਸ ਹੈ ਅਤੇ 7ਵੀਂ ਅਰਦਾਸ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਜੀ ਦੇ ਪਾਠ ਮਗਰੋਂ ਕੀਤੀ ਜਾਂਦੀ ਹੈ। ਇਹਨਾਂ ਰੋਜ਼ਾਨਾ ਦੇ ਨੇਮ ਦੀਆਂ ਅਰਦਾਸਾਂ ਤੋਂ ਇਲਾਵਾ ਇਸ ਪਾਵਨ ਅਸਥਾਨ ਤੇ 2 ਹੋਰ ਵਿਸ਼ੇਸ਼ ਅਰਦਾਸਾਂ ਹੁੰਦੀਆਂ ਹਨ। ਮਾਘੀ ਵਾਲੇ ਦਿਨ ਰਾਗ ਬਸੰਤ ਆਰੰਭ ਕਰਨ ਲਈ ਕੀਰਤਨ ਰੋਕ ਕੇ ਵਿਸ਼ੇਸ਼ ਅਰਦਾਸ ਕੀਤੀ ਜਾਂਦੀ ਹੈ ਅਤੇ ਇਵੇਂ ਹੀ ਹੋਲੇ ਮਹੱਲੇ ਵਾਲੇ ਦਿਨ ਇਸ ਰਾਗ ਦੀ ਸਮਾਪਤੀ ਦੀ ਵਿਸ਼ੇਸ਼ ਅਰਦਾਸ ਕੀਤੀ ਜਾਂਦੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਵਾਲੀਆਂ ਪੌੜੀਆਂ ਹੇਠਾਂ ਵੱਲ ਨੂੰ ਜਾਂਦੀਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਪਰਮਾਤਮਾ ਦੇ ਦਰ ਤੇ ਜਾਣ ਲਈ ਸਾਨੂੰ ਨਿਮਰ ਅਤੇ ਝੁਕ ਕੇ ਜਾਣਾ ਚਾਹੀਦਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਸਾਰੀ ਮਰਿਆਦਾ ਹਰ ਹਾਲਤ ਵਿੱਚ ਪੂਰੀ ਤਰ੍ਹਾਂ ਪੂਰੇ ਸਤਿਕਾਰ ਤੇ ਸ਼ਰਧਾ ਨਾਲ ਕਾਫੀ ਲੰਮੇ ਸਮੇਂ ਤੋਂ ਨਿਰਵਿਘਨ ਨਿਭਾਈ ਜਾ ਰਹੀ ਹੈ। ਸਾਕਾ ਨੀਲਾ ਤਾਰਾ ਅਤੇ ਬਲੈਕ ਥੰਡਰ ਆਪਰੇਸ਼ਨ ਦੇ ਕੁਝ ਦੁਖਦਾਈ ਦਿਨਾਂ ਤੋਂ ਇਲਾਵਾ ਇਸ ਅਸਥਾਨ ਦੀ ਮਰਿਆਦਾ ਤੇ ਕਿਸੇ ਵੀ ਚੀਜ਼ ਦਾ ਕੋਈ ਅਸਰ ਨਾ ਹੋਇਆ। ਇੱਥੋਂ ਤੱਕ ਕਿ 2020 ਵਿੱਚ ਆਈ ਕਰੋਨਾ ਮਹਾਮਾਰੀ ਦੌਰਾਨ ਵੀ ਜਦੋਂ ਇੱਕ ਸਮੇਂ ਲਈ ਪੂਰੀ ਦੁਨੀਆ ਰੁਕ ਜਿਹੀ ਗਈ ਸੀ ਤਾਂ ਵੀ ਸਿੱਖੀ ਦੇ ਇਸ ਮਹਾਨ ਕੇਂਦਰ ਦੀ ਮਰਿਆਦਾ ਪੂਰਨ ਤੌਰ ਤੇ ਨਿਭਾਈ ਜਾ ਰਹੀ ਸੀ। ਦੁਨੀਆ ਵਿੱਚ ਕੁਝ ਵੀ ਚੰਗਾ ਮਾੜਾ ਕਿਉਂ ਨਾ ਵਾਪਰ ਜਾਵੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਤੇ ਕੋਈ ਅਸਰ ਨਹੀਂ ਹੁੰਦਾ। ਇੱਥੇ ਹਰ ਕਾਰਜ ਨਿਸ਼ਚਿਤ ਸਮੇਂ ਤੇ ਹੁੰਦਾ ਹੈ ਤੇ ਉਸ ਵਿੱਚ ਕਿਸੇ ਪ੍ਰਕਾਰ ਦੀ ਢਿੱਲ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਮਰਿਆਦਾ ਦੇ ਖੁੱਲ੍ਹੇਪਨ ਦਾ ਇੱਕ ਪ੍ਰਤਾਪੀ ਗੁਣ ਇਹ ਵੀ ਹੈ ਕਿ ਇੱਥੇ ਦੇ ਦਰਵਾਜ਼ਿਆਂ ਦੇ ਬਾਹਰ ਕੁੰਡੇ ਜਾਂ ਜੰਦਰੇ ਲਗਾਉਣ ਦੀ ਕੋਈ ਵਿਵਸਥਾ ਹੀ ਨਹੀਂ ਹੈ। ਇਸ ਲਈ ਇਹ ਦਰਬਾਰ ਕਦੇ ਬੰਦ ਹੋ ਹੀ ਨਹੀਂ ਸਕਦਾ। ਇਹ ਹਰ ਵੇਲੇ ਖੁੱਲ੍ਹਾ ਹੈ ਤੇ ਹਰ ਕਿਸੇ ਲਈ ਖੁੱਲ੍ਹਾ ਹੈ। ਇਹ ਵੀ ਇਸ ਥਾਂ ਦੀ ਇੱਕ ਗੌਰਵਮਈ ਵਿਲੱਖਣਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਮੁਸਲਮਾਨ ਮਿਸਤਰੀ ਯਾਰ ਮੁਹੰਮਦ ਖਾਨ ਤੋਂ 1803 ਈਸਵੀ ਵਿੱਚ 162 ਸੇਰ ਸ਼ੁੱਧ ਸੋਨੇ ਨਾਲ ਕਰਵਾਈ ਸੀ। ਉਸ ਵੇਲੇ ਇਸ ਦੀ ਕੀਮਤ ਲਗਭਗ 64,11,000 ਰੁਪਏ ਸੀ। ਇਸ ਤੋਂ ਬਾਅਦ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇੱਕ ਹੋਰ ਨਾਂ ਸਵਰਨ ਮੰਦਰ ਜਾਂ ਗੋਲਡਨ ਟੈਂਪਲ ਪ੍ਰਸਿੱਧ ਹੋ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹੀਰੇ ਮੋਤੀਆਂ ਨਾਲ ਜੜੀ ਇੱਕ ਬੇਸ਼ਕੀਮਤੀ ਚਾਨਣੀ ਵੀ ਭੇਟ ਕੀਤੀ ਸੀ, ਜਿਸ ਦੀ ਕੀਮਤ
ਉਸ ਵੇਲੇ ਲਗਭਗ 80 ਲੱਖ ਰੁਪਏ ਸੀ। ਇਹ ਚਾਨਣੀ ਸਾਕਾ ਨੀਲਾ ਤਾਰਾ ਵੇਲੇ ਸੜ ਕੇ ਸੁਆਹ ਹੋ ਗਈ ਸੀ। ਇੱਕ ਮੁਸਲਮਾਨ ਹਾਜੀ ਮੁਹੰਮਦ ਮਸਕੀਨ ਜੀ ਹੋਏ ਹਨ, ਜਿਨ੍ਹਾਂ ਨੇ 9 ਮਣ 14 ਸੇਰ ਚੰਦਨ ਦੀ ਲੱਕੜ ਵਿੱਚੋਂ 1,45,000 ਤਾਰਾਂ ਕੱਢ ਕੇ 5 ਸਾਲ 7 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਇੱਕ ਚੌਰ ਸਾਹਿਬ ਤਿਆਰ ਕਰਕੇ 31 ਦਸੰਬਰ 1925 ਈਸਵੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਭੇਟਾ ਕੀਤਾ। ਇਸੇ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕੀਮਤੀ ਵਸਤੂਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ੇਖਾਨੇ ਵਿੱਚ ਅੱਜ ਵੀ ਮੌਜੂਦ ਹਨ, ਜਿਵੇਂ ਜੜਾਊ ਛਤਰ 10 ਸੇਰ ਸੋਨੇ ਦੇ ਵਜ਼ਨ ਦਾ ਤੇ 37 ਨਗਾਂ ਨਾਲ ਜੜਤ, ਜੜਾਊ ਸਹਿਰਾ ਉਸ ਵੇਲੇ ਦੇ ਮੁਤਾਬਕ 10 ਲੱਖ ਦੀ ਕੀਮਤ ਦਾ, 2 ਵੱਡੀਆਂ ਮਾਲਾ, ਸੋਨੇ ਦਾ ਆਸਾ, ਮਹਾਰਾਜਾ ਰਣਜੀਤ ਸਿੰਘ ਜੀ ਦੀ ਸ੍ਰੀ ਸਾਹਿਬ, ਸੁੱਚੇ ਮੋਤੀਆਂ ਦੀ 108 ਮਣਕਿਆਂ ਵਾਲੀ ਮਾਲਾ, ਸੋਨੇ ਦੇ ਦਰਵਾਜ਼ੇ, ਸੋਨੇ ਦੇ ਚੱਕਰ ਜਿਨ੍ਹਾਂ ਦਾ ਵਜ਼ਨ 8 ਤੋਲੇ 8 ਮਾਸੇ 6 ਰੱਤੀ ਹੈ, 2 ਸੋਨੇ ਦੇ ਪੱਖੇ, 5 ਸੋਨੇ ਦੀਆਂ ਕਹੀਆਂ, 5 ਚਾਂਦੀ ਦੇ ਬਾਟੇ, 1 ਚਾਨਣੀ ਜਿਸ ਵਿੱਚ ਜੜੇ ਇੱਕ ਹੀਰੇ ਦੀ ਕੀਮਤ ਉਸ ਵੇਲੇ ਦੇ ਮੁਤਾਬਕ 500 ਰੁਪਏ ਸੀ, ਡਿਉੜੀ ਲਈ ਸੋਨੇ ਦੀ ਜੋੜੀ ਆਦਿ। ਇਹਨਾਂ ਵਿੱਚੋਂ ਕਈ ਸਾਰੀਆਂ ਬੇਸ਼ਕੀਮਤੀ ਭੇਟਾਵਾਂ ਦੇ ਦਰਸ਼ਨ ਸੰਗਤਾਂ ਸਾਲ ਵਿੱਚ 5 ਵਾਰੀ ਜਲੌ ਦੇ ਰੂਪ ਵਿੱਚ ਕਰਦੀਆਂ ਹਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਵਤਾਰ ਪੁਰਬ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਗੁਰਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕਿਆਂ ਤੇ ਜਲੌ ਸਜਾਏ ਜਾਂਦੇ ਹਨ। 90 ਦੇ ਦਹਾਕੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਲੱਗੇ ਸੋਨੇ ਨੂੰ 500 ਕਿਲੋ ਸੋਨੇ ਨਾਲ ਨਵੀਨੀਕਰਨ ਕੀਤਾ ਗਿਆ ਸੀ, ਜਿਸ ਦੀ ਕੀਮਤ 150 ਕਰੋੜ ਰੁਪਏ ਤੋਂ ਵੀ ਵੱਧ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਜਾਂ ਕਥਨ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ। ਅਸਲ ਗੱਲ ਤਾਂ ਇਹ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜਿਸ ਨੂੰ ਸਿੱਖਾਂ ਦਾ ਮੱਕਾ ਵੀ ਕਿਹਾ ਗਿਆ ਹੈ, ਇਹ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤਾ ਸਾਨੂੰ ਇੱਕ ਬਹੁਤ ਹੀ ਪਿਆਰਾ ਤੇ ਅਣਮੁੱਲਾ ਤੋਹਫਾ ਹੈ। ਇਹ ਸਾਡੇ ਬੜੇ ਹੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਅਤੇ ਪਰਮਾਤਮਾ ਅੱਗੇ ਇਹ ਵੀ ਅਰਦਾਸ ਹੈ ਕਿ ਰਹਿੰਦੇ ਸਵਾਸਾਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਬਖਸ਼ਦੇ ਰਹਿਣ, ਤਾਂ ਜੋ ਕਿ ਅਸੀਂ ਆਪਣਾ ਲੋਕ ਪਰਲੋਕ ਸਵਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।